ਸਤਿਗੁਰ ਸਿੱਖ ਕੋ ਨਾਮ ਤਨ ਦੇ। ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰ ਕਾ ਸਿੱਖ ਬਿਕਾਰ ਤਿਹਾਟੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰ ਬਚਨੀ ਹਰਿ ਨਾਮ ਉਚਰੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਜਵਨ ਕਾਲ ਸਭ ਜਗਤ ਬਨਾਇਓ। ਦੇਵ ਦੈਂਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ। ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦਿਓ। ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ। ਚੀਂਟੀ ਤੇ ਕੁੰਚਰ ਅਸਤੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ। ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ। ਕਟ ਕਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ ਕਰਾ ਕਰਤਾਰਾ। ਪ੍ਰਜਾ ਤਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂੰ। ਤੁਮ ਮੈਂ ਮਿਲਤ ਦੇਹ ਧਰ ਸਭਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ। ਆਪ ਆਪਨੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ। ਜਾਨਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ। ਆਦਿ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ। ਜਾਂ ਕੋ ਭੇਦ ਨਾ ਪਾਵਤ ਵੇਦਾ। ਤਾਂ ਕਾ ਮੂੜ ਉਚਾਰਤ ਭੇਦਾ। ਜਾਂ ਕੋ ਭੇਦ ਨ ਪਾਵਤ ਵੇਦਾ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ। ਆਪਣੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੇ ਵਿੱਚ ਗੁਰਬਾਣੀ ਵਿਚਾਰ ਰੱਖੀ ਜਾ ਰਹੀ ਹੈ। ਚੌਪਈ ਸਾਹਿਬ ਚੋਂ ਦਸ਼ਮੇਸ਼ ਜੀ ਦੀ ਬਾਣੀ ਹੈ। ਨਿਤਨੇਮ ਦੇ ਵਿੱਚ ਸ਼ਾਮਲ ਹੈ। ਆਪ ਜੀ ਨੂੰ ਸਭ ਨੂੰ ਪਤਾ ਗਿਆਤ ਹੈ। ਉਹਦੀ ਵਿਚਾਰ ਨੂੰ ਅੱਗੇ ਆਪਾਂ ਨੇ ਤੋਰਨਾ ਹੈ। ਸਾਧ ਸੰਗਤ ਜੀਓ, ਫਿਰ ਇੱਕ ਵਾਰ ਦੁਹਰਾ ਦਿਆਂ ਬਈ ਬੰਦਾ ਜਿਹੜਾ ਹੈ ਉਹ ਹਮੇਸ਼ਾ ਹੀ ਅਧੂਰਾ ਹੈ। ਗੁਰੂ ਪਰਮਾਤਮਾ ਇਹ ਪੂਰੇ। ਤੋ ਕਦੇ ਵੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਬੋਲਦੇ ਹੋਇਆ। ਇਸ ਕਰਕੇ
ਪਹਿਲਾਂ ਹੀ ਦਾਸਰਾ ਮਾਫੀ ਮੰਗ ਲੈਂਦਾ ਸੰਗਤ ਤੋਂ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਜਿਸ ਵਾਹਿਗੁਰੂ ਨੇ ਸਾਰੇ ਜਗਤ ਨੂੰ ਬਣਾਇਆ। ਸਾਧ ਸੰਗਤ ਜੀ, ਇਹ ਕਾਲ ਚੌਪਈ ਸਾਹਿਬ 'ਚ ਦੋਹੇ ਤਿੰਨੇ ਰੂਪਾਂ 'ਚ ਆਇਆ। ਕਾਲ ਸਮੇਂ ਨੂੰ ਵੀ ਕਿਹਾ ਗਿਆ, ਕਾਲ ਮੌਤ ਨੂੰ ਵੀ, ਔਰ ਕਾਲ ਪਰਮਾਤਮਾ ਨੂੰ ਵੀ। ਕਿਵੇਂ? ਜਿਵੇਂ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਕਾਲ ਦਸ਼ਮੇਸ਼ ਜੀ ਰੱਬ ਨੂੰ ਵੀ ਫਰਮਾ ਰਹੇ। ਜਵਨ ਕਾਲ ਸਭ ਜਗਤ ਬਣਾਇਓ, ਜਿਸ ਕਾਲ ਨੇ ਵਾਹਿਗੁਰੂ ਨੇ ਸਾਰਾ ਜਗਤ ਬਣਾਇਆ। ਦੇਵ ਦੈਂਤ ਜਛਨ ਉਪਜਾਇਓ, ਦੇਵਤੇ, ਦੈਂਤ ਔਰ ਜਛ ਇਹ ਪੈਦਾ ਕਰੇ। ਦੇਵਤਿਆਂ ਔਰ ਦੈਂਤਾਂ ਬਾਰੇ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੈ। ਜਛਨ ਬਾਰੇ ਥੋੜ੍ਹੇ ਜਿਹੇ ਦੋ ਸ਼ਬਦ ਵਿਚਾਰ ਕਰੀਏ। ਜਛ ਇੱਕ ਕਿਸਮ ਦੇ ਮਨੁੱਖ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਦਿਖਾਇਆ ਜਾਂਦਾ ਵੀ ਐਨੀਮਲਸ, ਜਾਨਵਰਾਂ ਦੇ ਵੀ ਸਰੀਰ ਲੱਗਿਆ ਵਾ ਹੁੰਦਾ, ਮਨੁੱਖੀ ਸ਼ਕਲ 'ਚ ਹੁੰਦੇ। ਜਿਵੇਂ ਹੋਰਾਂ ਦੇਵਤਿਆਂ ਦੇ ਗਣ ਹੁੰਦੇ ਆ, ਐਸੇ ਤਰੀਕੇ ਨਾਲ ਕੁਬੇਰ ਇੱਕ ਮਾਇਆ ਦਾ ਦੇਵਤਾ ਹੈ, ਉਹਦੀ ਸੇਵਾ 'ਚ ਰਹਿੰਦੇ ਆ ਜਿਹੜੇ ਜੱਛ ਹੈ। ਇਹਨਾਂ ਨੂੰ ਯਕਸ਼ ਵੀ ਕਿਹਾ ਜਾਂਦਾ, ਯੱਖ ਵੀ ਕਿਹਾ ਜਾਂਦਾ। ਯਈਆ ਜੱਜੇ 'ਚ ਬਦਲ ਜਾਂਦਾ ਆਪਣੀ ਬੋਲੀ ਵਿੱਚ। ਜਿਵੇਂ ਆਪਾਂ ਕਹਿੰਦੇ ਵੀ ਯਾਦ ਨਹੀਂ ਕਰਿਆ, ਕਈ ਕਹਿੰਦੇ ਯਾਦ ਨਹੀਂ ਕਰਿਆ, ਜੱਜੇ 'ਚ ਬਦਲਦਾ ਹੈ। ਤੋ ਜਿਹੜੇ ਜੱਛ ਹੈ, ਇਹ ਕੁਬੇਰ ਇਹਨਾਂ ਦਾ ਰਾਜਾ, ਇਹ ਉਹਦੇ ਸੇਵਾਦਾਰ ਹੈ। ਅਕਸਰ ਇਹਨਾਂ ਦੀ ਲੜਾਈ ਦੈਂਤਾਂ ਨਾਲ ਹੁੰਦੀ ਰਹਿੰਦੀ ਹੈ। ਜਿਵੇਂ ਸਾਧ ਸੰਗਤ ਜੀ, ਉਹ ਦਿਓਲ ਯੁੱਧ ਹੁੰਦਾ ਹੈ ਦੇਵਤਿਆਂ ਔਰ ਦੈਂਤਾਂ 'ਚ ਹੁੰਦਾ ਰਹਿੰਦਾ ਅਕਸਰ। ਉਹਦੇ ਹੁਕਮ ਵਿੱਚ ਹੈ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਖੰਡਾ ਪ੍ਰਿਥਵੈ ਸਾਜ ਕੇ ਜਿਨ ਸਭ ਸੰਸਾਰ ਉਪਾਇਆ। ਐਸੇ ਤਰੀਕੇ ਨਾਲ ਦੈਂਤਾਂ ਦਾ ਔਰ ਜੱਛਾਂ ਦਾ ਵੀ ਯੁੱਧ ਹੁੰਦਾ ਰਹਿੰਦਾ ਹੈ, ਯਕਸ਼ਾਂ ਦਾ। ਯਕਸ਼ ਮੋਸਟਲੀ ਪੋਜ਼ੀਟਿਵਲੀ ਸੈਂਸ ਵਿੱਚ ਪੋਜ਼ੀਟਿਵ ਸੈਂਸ ਵਿੱਚ ਆਉਂਦੇ, ਪਰ ਕਿਤੇ ਕਿਤੇ ਨੈਗੇਟਿਵ ਸੈਂਸ ਵਿੱਚ ਵੀ ਆਉਂਦੇ, ਸਾਰੇ ਇਤਿਹਾਸ 'ਚ। ਸੋ ਆਪਾਂ ਸਿਰਫ ਗਿਆਨ ਲੈਣਾ ਵੀ ਦੇਵਤੇ ਵੀ, ਦੈਂਤ ਵੀ, ਜੱਛ ਵੀ, ਹੇ ਵਾਹਿਗੁਰੂ ਜੀ, ਉਹ ਤਹੀਂ ਪੈਦਾ ਕਰੇ। ਸਾਧ ਸੰਗਤ ਜੀ, ਉਹ ਥੋੜ੍ਹੀ ਜਿਹੀ ਵਿਚਾਰ ਗਣਾਂ ਦੀ। ਗਣ ਦੇਵਤਿਆਂ ਦੇ ਸੇਵਕਾਂ ਨੂੰ ਕਿਹਾ ਜਾਂਦਾ ਹੈ। ਜਿਵੇਂ ਜਮਗਣ, ਯਮ ਧਰਮਰਾਜ ਦੇ ਜਿਹੜੇ ਸੇਵਕ ਹੈ, ਜਿਹੜੇ ਬੰਦੇ ਨੂੰ ਲੈ ਕੇ ਜਾਂਦੇ ਰੂਹ ਨੂੰ ਇੱਥੋਂ। ਸ਼ਿਵਗਣ, ਸ਼ਿਵ ਜੀ ਦੇ ਗਣ। ਐਸੇ ਤਰੀਕੇ ਨਾਲ ਇੱਕ ਗੰਧਰਵ ਹੁੰਦੇ। ਗੰਧਰਵ ਹੁੰਦੇ ਆ ਇੰਦਰ ਦੇ ਗਵਈਏ। ਇੰਦਰ ਦੀ ਪੁਰੀ ਹੈ ਨਾ, ਉਹਦੇ ਜਿਹੜੇ ਗਾਉਣ ਵਾਲੇ ਕਰੋੜਾਂ ਦੀ ਗਿਣਤੀ ਵਿੱਚ ਹੈ, ਪਰ ਪ੍ਰਮੁੱਖ 8 ਹੈ, ਜਿਨ੍ਹਾਂ 'ਚ ਇੱਕ ਦਾ ਜ਼ਿਕਰ ਹਾ ਹੂ ਦੇ ਰੂਪ 'ਚ ਗੁਰਬਾਣੀ 'ਚ ਵੀ ਆਉਂਦਾ। ਸੋ ਇਹ ਤਾਂ ਚਲੋ ਇਹਨਾਂ ਦੀ ਵਿਚਾਰ ਹੈ, ਕਿਉਂਕਿ ਇਹ ਅਕਸਰ ਆਉਂਦੇ ਆ ਤਾਂ ਇਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਔਰ ਸਾਧ ਸੰਗਤ ਜੀਓ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਹਮੇਸ਼ਾ ਤੋਂ ਔਰ ਸਦਾ ਤੱਕ ਰਹਿਣਾ ਜਿਹਨੇ, ਹੁਣ ਵੀ ਹੈ, ਉਹੀ ਜਿਹੜਾ ਅਵਤਾਰ ਹੈ, ਪਰਮਾਤਮਾ ਦੀ ਬਾਤ ਹੋ ਰਹੀ ਹੈ, ਉਹੀ ਸਾਡਾ ਗੁਰੂ ਹੈ। ਸਭ ਦਾ ਗੁਰੂ ਪਰਮਾਤਮਾ ਹੀ ਹੈ ਅਸਲ ਵਿੱਚ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਜਿਹਨੇ ਸਾਰੀ ਪ੍ਰਜਾ ਨੂੰ ਸਵਾਰਿਆ ਹੈ, ਬਣਾਇਆ ਹੈ, ਉਹਨੂੰ ਹੀ ਸਾਡੀ ਨਮਸਕਾਰ ਹੈ। ਸਿਵਕਨ ਕੋ ਸ਼ਿਵ ਗੁਣ ਸੁਖ ਦਿਓ। ਸਿਵਕਨ ਸੇਵਕ, ਸੇਵਕਾਂ ਨੂੰ ਸ਼ੁਭ ਗੁਣ, ਡਿਵਾਈਨ ਗੁਣ, ਸ਼ਿਵ ਗੁਣ ਹੁੰਦੇ ਡਿਵਾਈਨ ਗੁਣ, ਉਹ ਵੀ ਤਹੀਂ ਬਖਸ਼ੇ। ਸਤਰਨ ਕੋ ਪਲ ਮੋ ਵੱਧ ਕੀਓ। ਦੁਸ਼ਮਣਾਂ ਨੂੰ ਇੱਕ ਪਲ ਦੇ ਵਿੱਚ ਤੂੰ ਵੱਧ ਕਰ ਦਿੰਦਾ ਉਹਨਾਂ ਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੂੰ ਹਰ ਇੱਕ ਹਿਰਦੇ ਦੀ ਅੰਦਰਲੀ ਜਾਣਦਾ। ਜਿਹੜਾ ਇਨਰ ਵਰਲਡ ਸਾਡਾ ਮਾਈਂਡ ਹੈ, ਉਹਦੇ ਵਿੱਚ ਤੂੰ ਰਹਿਣਾ, ਸਭ ਦੀ ਜਾਣਦਾ। ਭਲੇ ਦੀ ਬੁਰੇ ਦੀ ਤੈਨੂੰ ਸਭ ਪਛਾਣ ਹੈ। ਚਿੰਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਅਤੇ ਭਾਰੀ ਭਰਕਮ ਹਾਥੀ, ਸਭ ਨੂੰ ਤੂੰ ਆਪਣੇ ਰਜੀਮ ਦੇ ਵਿੱਚ ਲਾ ਰਿਹਾ ਹੈ, ਆਪਣੇ ਕੰਟਰੋਲ ਦੇ ਵਿੱਚ ਲਾ ਰਿਹਾ ਹੈ, ਔਰ ਸਾਰਿਆਂ ਦੇ ਉੱਪਰ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਔਰ ਤੂੰ ਖੁਸ਼ ਹੋ ਰਿਹਾ ਹੈ ਕਿਰਪਾ ਦ੍ਰਿਸ਼ਟੀ ਕਰਕੇ।
ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਸੰਤਾਂ ਨੂੰ ਕੋਈ ਦੁੱਖ ਦਿੰਦਾ ਤਾਂ ਤੈਨੂੰ ਦੁੱਖ ਹੁੰਦਾ, ਜੇ ਸੰਤ ਖੁਸ਼ੀ ਹੁੰਨੇ ਤਾਂ ਤੂੰ ਵੀ ਖੁਸ਼ ਹੁੰਨਾ। ਵਾਹਿਗੁਰੂ ਜੀਓ, ਸਾਧ ਸੰਗਤ ਜੀਓ, ਇਹਦੇ ਉੱਤੇ ਇੱਕ ਚੰਗੇ ਵਿਦਵਾਨ ਨੇ ਵਿਚਾਰ ਕਰੀ ਵੀ ਪਰਮਾਤਮਾ ਤਾਂ ਜੀ ਸਦਾ ਹੀ ਆਨੰਦ ਹੈ, ਵੀ ਉਹਨੂੰ ਕਿੱਥੇ ਦੁੱਖ ਸੁੱਖ ਹੁੰਨੇ। ਇਹ ਬੁੱਧੀ ਦਾ ਕੁਐਸਚਨ ਹੈ। ਪਰਮਾਤਮਾ ਨੂੰ ਮਹਿਸੂਸ ਹੁੰਦਾ, ਗੁਰਬਾਣੀ ਵਿੱਚ ਵੀ ਦਿਖਾਇਆ ਗਿਆ ਸਾਰਾ ਕੁਛ। ਪ੍ਰਭ ਜਨ ਕਾ ਦੁੱਖ ਨਾ ਖਪ ਸਕੈ, ਫਲ ਜੋਨੀ ਜੁੱਤੇ। ਪ੍ਰਭੂ ਜੀ ਆਪਣੇ ਜਨ ਦੇ ਦੁੱਖ ਨੂੰ ਸਹਾਰ ਨਹੀਂ ਸਕਦੇ। ਦੁੱਖ ਦੇਣੇ ਵਾਲਿਆਂ ਨੂੰ ਜੂਨੀਆਂ 'ਚ ਪਾ ਦਿੰਦਾ, ਮਾਰ ਦਿੰਦਾ, ਉਹਨਾਂ ਦਾ ਵੱਧ ਕਰ ਦਿੰਦਾ। ਸੋ ਇਹ ਜਿਹੜੀ ਵਿਚਾਰ ਹੈ ਗੁਰਬਾਣੀ ਦੀ, ਇਹ ਮੈਨੀਫੋਲਡ ਹੈ, ਕਈ ਪਾਸਿਆਂ ਤੋਂ ਹੁੰਦੀ ਹੈ। ਜਿਹੋ ਜਿਹੀ ਕਿਸੇ ਦੀ ਬੁੱਧੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਅੱਗੇ ਆਏਗੀ ਇਹ ਬਾਤ। ਇਸੇ ਕਰਕੇ ਅਲੱਗ ਅਲੱਗ ਤਰ੍ਹਾਂ ਇੰਟਰਪ੍ਰੀਟੇਸ਼ਨ ਹੁੰਦੀ ਹੈ ਗੁਰਬਾਣੀ ਦੀ ਜਾਂ ਕਿਸੇ ਵੀ ਚੀਜ਼ ਦੀ। ਕੋਈ ਤਰਕਵਾਦੀ ਹੈ, ਕੋਈ ਵਿਤਰਕਵਾਦੀ ਹੈ, ਕੋਈ ਚੰਗੀ ਦਲੀਲ ਵੱਲ ਨਾਲ ਚੱਲਦਾ ਹੈ, ਕੋਈ ਕਿਵੇਂ ਕੋਈ ਕਿਵੇਂ। ਸੋ ਜਦੋਂ ਵੀ ਦੁੱਖ ਪੈਂਦਾ ਕਿਸੇ 'ਤੇ ਤਾਂ ਪਰਮਾਤਮਾ ਜ਼ਰੂਰ ਦੁਖੀ ਹੁੰਦਾ ਆਪਣੇ ਸੰਤਾਂ ਦੇ ਉੱਤੇ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇੱਕ ਜਗ੍ਹਾ ਇਜ਼ਹਾਰ ਕਰਿਆ ਇਸੇ ਦੁੱਖ ਦਾ, ਜਦੋਂ ਏਮਨਾਬਾਦ 'ਤੇ ਬਾਬਰ ਨੇ ਹੱਲਾ ਕਰਿਆ, ਬਹੁਤ ਮਾਰ ਕਾਟ ਹੋਈ। ਏਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ। ਇਹ ਵਾਹਿਗੁਰੂ ਜੀ, ਤੈਨੂੰ ਦਰਦ ਹੀ ਨਹੀਂ ਆਇਆ। ਇੰਨੇ ਗਰੀਬ ਮਾਰੇ ਗਏ, ਲੇਕਿਨ ਪਿੱਛੋਂ ਆਪ ਹੀ ਇਹ ਕਹਿ ਦਿੱਤਾ ਵੀ ਦੁੱਖ ਸੁੱਖ ਤੇਰੇ ਭਾਣੇ ਹੋਵੇ, ਨਾਨਕ ਕਿਆ ਮਨੁੱਖ। ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲੇ ਸਜਾਏ। ਸਭ ਤੇਰੇ ਹੁਕਮ ਵਿੱਚ ਹੀ ਤਾਂ ਹੋ ਰਿਹਾ। ਕਿਹਦੇ ਕੋਲ ਜਾ ਕੇ ਰੋਈਏ, ਤੂੰ ਆਪੇ ਤਾਂ ਕਰ ਰਿਹਾ ਸਾਰਾ ਕੁਛ। ਔਰ ਏਕ ਏਕ ਕੀ ਪੀਰ ਪਛਾਨੇ, ਘਟ ਘਟ ਕੇ ਪਟ ਪਟ ਕੀ ਜਾਨੇ। ਤੂੰ ਇੱਕ ਇੱਕ ਬੰਦੇ ਦੀ ਪੀੜ ਨੂੰ ਪਛਾਣਦਾ ਹੈ, ਔਰ ਹਿਰਦਿਆਂ ਦੇ ਅੰਦਰਲੀ ਪੱਤ ਪੱਤ ਦਾ ਤੈਨੂੰ ਪਤਾ ਹੈ। ਜੀਨਾ ਤੱਕ ਤੇਰੀ ਰਸਵਾਈ ਪਹੁੰਚ ਹੈ। ਤੂੰ ਹਰ ਇੱਕ ਬੰਦੇ ਦੇ ਅੰਦਰਲੀ ਬਾਤ ਨੂੰ ਜਾਣਦਾ ਹੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਦ ਤੈਂ ਉਦਕਰਖ ਕਰਿਆ, ਫੈਲਾਓ, ਇੱਕ ਤੋਂ ਅਨੇਕ ਹੋਣ ਦਾ। ਇਹ ਵਾਹਿਗੁਰੂ ਜੀ, ਉਹ ਜਦ ਤੈਂ ਉਦਕਰਖ ਕਰਿਆ ਤਾਂ ਪਰਜਾ ਧਰਤੀ ਸਾਰੀਆਂ ਦੇਹਾਂ ਅਪਾਰ ਇਹ ਥਾਪ ਕੇ ਰੱਖ ਦਿੱਤੀਆਂ। ਜਬ ਆਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇ ਧਰ ਸਭ। ਜਦ ਫਿਰ ਤੂੰ ਆਕਰਖਣ ਕਰਦਾ ਹੈ, ਆਕਰਖਣ ਹੁੰਦਾ ਹੈ ਖਿੱਚਣਾ, ਗੁਰੂਤਾ ਸ਼ਕਤੀ ਨੂੰ ਵੀ ਕਰਖਣ ਕਿਹਾ ਜਾਂਦਾ ਹੈ। ਆਪਣੇ ਵੱਲ ਨੂੰ ਖਿੱਚ ਲੈਣਾ, ਇਕੱਠੇ ਕਰ ਲੈਣਾ। ਜਦ ਕਿਤੇ ਇਸ ਤਰ੍ਹਾਂ ਕਰਨਾ ਹੈ, ਫਿਰ ਜਿੰਨੇ ਵੀ ਸਰੀਰ ਹੈ ਸਾਰੇ ਤੇਰੇ ਵਿੱਚ ਮਿਲ ਪੈਂਦੇ। ਸਾਰਿਆਂ ਦੀਆਂ ਦੇਹਾਂ, ਸਰੀਰ, ਸਾਰੀ ਜਿਹੜਾ ਮਟੀਰੀਅਲ ਵਰਲਡ ਹੈ, ਇਹ ਸਭ ਇਕੱਠਾ ਤੇਰੇ ਵਿੱਚ ਹੋ ਜਾਂਦਾ। ਤੇਰੇ ਤੋਂ ਹੀ ਆਉਂਦਾ, ਤੇਰੇ ਵਿੱਚ ਹੀ ਸਮਾ ਜਾਂਦਾ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ। ਜਿੰਨੇ ਵੀ ਸਰੀਰ ਹੈ ਜਾਂ ਮੂੰਹ ਹੈ, ਸ੍ਰਿਸ਼ਟੀ ਹੈ, ਤੈਂ ਧਾਰੀ ਹੈ ਜਿਹੜੀ ਬਣਾਈ ਹੈ, ਉਹ ਆਪਣੀ ਆਪਣੀ ਬੂਝ ਨਾਲ ਤੈਨੂੰ ਉਚਾਰਦੇ। ਕੋਈ ਤੈਨੂੰ ਇੱਕ ਕਹਿੰਦਾ, ਕੋਈ ਅਨੇਕ ਕਹਿੰਦਾ। ਕੋਈ ਕਹਿੰਦਾ ਨੇੜੇ ਹੈ, ਕੋਈ ਕਹਿੰਦਾ ਦੂਰ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਛਲੀ ਚਰੈ ਖਜੂਰ। ਆਪਣੀ ਆਪਣੀ ਬੁੱਧ ਜਿੱਕਣ ਹੈ ਉਸ ਤਰ੍ਹਾਂ ਦੀ ਤੈਨੂੰ ਉਚਾਰਨਾ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਆਰਾਲਮ। ਤੂੰ ਸਭ ਤੇ ਨਿਰਾਲਾ ਹੈ, ਤੂੰ ਸਭ ਦੇ ਵਿੱਚ ਵੀ ਹੈ, ਸਭ ਤੇ ਨਿਰਾਲਾ ਵੀ ਹੈ। ਔਰ ਇਸ ਗੱਲ ਨੂੰ ਵੇਦ ਯਾਨੀ ਧਾਰਮਿਕ ਗ੍ਰੰਥ ਔਰ ਜਿਹੜੇ ਪੜ੍ਹੇ ਲਿਖੇ ਆਲਮ ਫਾਜ਼ਲ ਹੈ ਉਹ ਜਾਣਦੇ ਹੈ ਵੀ ਤੂੰ ਇੱਕ ਵੀ ਹੈ, ਤੂੰ ਅਨੇਕ ਵੀ ਹੈ। ਤੂੰ ਸ੍ਰਿਸ਼ਟੀ ਦੇ ਵਿੱਚ ਵੀ ਹੈ, ਤੂੰ ਬਾਹਰ ਵੀ ਹੈ। ਤੇਰਾ ਕੋਈ ਅੰਤ ਪਾਰ ਨਹੀਂ ਹੈ, ਸੁਪਰੀਮੇਸੀ ਤੇਰੀ ਹੈ। ਨਿਰੰਕਾਰ ਨਿਰਵਿਕਾਰ ਨਿਰਲੰਭ। ਤੂੰ ਨਿਰੰਕਾਰ ਹੈ, ਤੇਰਾ ਕੋਈ ਆਕਾਰ ਨਹੀਂ। ਤੂੰ ਨਿਰਵਿਕਾਰ ਹੈ, ਤੇਰੇ ਉੱਤੇ ਕੋਈ ਵਿਕਾਰਾਂ ਦਾ ਅਸਰ ਨਹੀਂ ਹੈ। ਤੂੰ ਨਿਰਲੰਭ ਹੈ, ਤੂੰ ਬਿਨਾਂ ਆਸਰੇ ਤੋਂ ਹੈ। ਤੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਜਿਵੇਂ ਹੋਰ ਸਭ ਨੂੰ ਆਸਰੇ ਦੀ ਲੋੜ ਪੈਂਦੀ ਹੈ।
ਆਦ ਅਨੀਲ ਅਨਾਦ ਅਸੰਭ। ਪਹਿਲਾਂ ਤੋਂ ਹੀ ਹੈ, ਅਨੀਲ ਹੈ, ਨੀਲ ਰਹਿਤ, ਕੋਈ ਤੇਰਾ ਲੱਛਣ ਨਹੀਂ ਹੈ। ਅਨਾਦੀ ਵੀ ਹੈ, ਅਸੰਭ ਵੀ ਹੈ। ਅਸੰਭ ਹੁੰਦਾ ਬਰਥਲੈਸ, ਜਿਹਦਾ ਕੋਈ ਜਨਮ ਨਹੀਂ ਹੁੰਦਾ, ਅਜੂਨੀ। ਸੈਭੰਗ ਸ਼ਬਦ ਵੀ ਆਇਆ ਗੁਰਬਾਣੀ 'ਚ, ਜਪਜੀ ਸਾਹਿਬ 'ਚ ਸ਼ੁਰੂ 'ਚ ਮੂਲ ਮੰਤਰ 'ਚ। ਸਵੰਭ ਹੁੰਦਾ ਆਪਣੇ ਆਪ ਤੋਂ ਪੈਦਾ ਹੋਣਾ। ਤੋ ਆਪਣੇ ਆਪ ਤੋਂ ਪੈਦਾ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਜਨਮਾਂ 'ਚ ਆਇਆ ਹੈ, ਜੂਨੀਆਂ ਵਿੱਚ ਤਾਂ ਉਹ ਆਉਂਦਾ ਹੀ ਨਹੀਂ ਹੈ, ਲੇਕਿਨ ਉਹ ਹੈ, ਉਹਦੀ ਆਇਡੈਂਟੀਟੀ ਹੈ। ਇਹ ਮਤਲਬ ਹੈ ਸਵੰਭੂ ਦਾ। ਅਸੰਭ ਦਾ ਮਤਲਬ ਹੈ ਵੀ ਤੂੰ ਬਰਥ ਵਿੱਚ ਕਦੇ ਨਹੀਂ ਆਉਂਦਾ, ਜੂਨਾਂ 'ਚ ਕਦੇ ਨਹੀਂ ਆਉਂਦਾ। ਸੌ ਮੁਖ ਜਲੈ ਜਿਤ ਕਹਿ ਠਾਕਰ ਜੋਨੀ। ਉਹ ਮੂੰਹ ਜਲ ਜਾਵੇ ਜਿਹੜੀ ਜ਼ਬਾਨ ਕਹਿੰਦੀ ਹੈ ਵੀ ਠਾਕਰ ਜੂਨਾਂ 'ਚ ਆਉਂਦਾ। ਭਰਮ ਭੁੱਲੇ ਨਰ ਕਰਤ ਕਚਰੈਣ, ਜਨਮ ਮਰਨ ਤੇ ਰਹਿਤ ਨਰੈਣ। ਉਹ ਅਜੂਨੀ ਹੈ, ਉਹ ਅਸੰਭ ਹੈ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨਾ ਪਾਵਤ ਵੇਦਾ। ਮੂਰਖ, ਉਹਦਾ ਭੇਦ ਦੱਸਦੇ ਆ ਜਿਹਦਾ ਭੇਦ ਵੇਦਾਂ ਨੂੰ ਵੀ ਹੈ ਨਹੀਂ। ਇੱਕ ਆਮ ਬੰਦਾ ਆਪਣੀ ਬੁੱਧੀ ਨਾਲ ਗੱਲਾਂ ਕਰਦਾ ਰੱਬ ਦੀਆਂ, ਬਿਨਾਂ ਗੁਰੂ ਤੋਂ। ਜੇ ਗੁਰੂ ਦੇ ਅਨੁਸਾਰੀ ਹੋ ਕੇ ਕਰੇ ਉਹ ਤਾਂ ਫਿਰ ਗੁਰੂ ਦੀ ਗੱਲ ਹੋ ਜਾਂਦੀ, ਆਪਣੀ ਨਹੀਂ ਹੁੰਦੀ। ਪਰ ਬਿਨਾਂ ਗੁਰੂ ਤੋਂ ਜਿਹੜੀਆਂ ਬਾਤਾਂ ਕਰਨੀਆਂ, ਉਹ ਆਪਣੀ ਬੁੱਧੀ ਨਾਲ ਮਹਾਮੂਰਖ ਹੈ ਉਹ ਬੰਦਾ, ਜੜ ਹੈ ਜਿਹੜਾ ਇਸ ਤਰ੍ਹਾਂ ਦੀਆਂ ਬਾਤਾਂ ਕਰਦਾ। ਸਾਧ ਸੰਗਤ ਜੀਓ, ਅੱਜ ਦੀ ਵਿਚਾਰਤਾ ਇੱਥੇ ਤੱਕ ਹੀ ਸੀ। ਕੁਝ ਵਿਚਾਰ ਹੋਰ ਸਾਂਝੀ ਕਰਨੀ ਆਪ ਜੀ ਦੇ ਨਾਲ। ਕੱਲ੍ਹ ਪਰਸੋਂ ਜ਼ਿਕਰ ਆਇਆ ਸੀ 6 ਕਿਸਮ ਦੇ ਸਾਧੂਆਂ ਦਾ: ਜੋਗੀ, ਜੰਗਮ, ਸਰੇਵੜੇ, ਬੋਧੀ, ਸੰਨਿਆਸੀ ਔਰ ਬੈਰਾਗੀ। ਔਰ 6 ਕਿਸਮ ਦੇ ਖਟ ਸ਼ਾਸਤਰ ਜਿਹੜੇ ਪੰਡਿਤ ਕਰਦਾ ਹੈ। ਵਿੱਦਿਆ ਪੜ੍ਹਨੀ ਪੜ੍ਹਾਉਣੀ, ਯੱਗ ਕਰਨੇ ਕਰਾਉਣੇ, ਦਾਨ ਦੇਣਾ ਤੇ ਲੈਣਾ। ਇਹ ਇਕੱਲੇ 6 ਕਰਮ ਪੰਡਿਤ ਦੇ ਹੀ ਨਹੀਂ ਹੈ, ਜੋਗੀ ਦੇ 6 ਕਰਮ ਹੋਰ ਹੈ। ਖਟ ਕਰਮ ਜੋਗੀ ਦੇ ਹੋਰ ਹੈ, ਕਿਹੜੇ ਕਿਹੜੇ ਹੈ? ਧੋਤੀ, ਨੇਤੀ, ਨਿਵਲੀ, ਵਸਤੀ, ਤ੍ਰਾਟਕ ਔਰ ਕਪਾਲ ਭਾਤੀ। ਧੋਤੀ ਕਰਮ ਜੋਗੀ ਕਿਆ ਕਰਦਾ? 15 ਹੱਥ ਦਾ ਕੱਪੜਾ, 15 ਹੱਥ ਲੰਬਾ ਕੱਪੜਾ ਲੈ ਕੇ ਮੂੰਹ ਦੇ ਰਾਹੀਂ ਅੰਦਰ ਮਿਹਦੇ ਦੇ ਵਿੱਚ ਘੁਮਾਉਂਦਾ, ਉਹਨੂੰ ਮਿਹਦਾ ਸਾਫ਼ ਕਰਨਾ। ਸਰੀਰਕ ਕਿਰਿਆ, ਰੱਬ ਨਾਲ ਕੋਈ ਤਾਲੁਕ ਨਹੀਂ ਇਹਨਾਂ ਚੀਜ਼ਾਂ ਦਾ, ਉਹ ਸਮਝਦੇ। ਨੇਤੀ, ਨੇਤੀ ਹੁੰਦਾ ਮੂੰਹ ਦੇ ਵਿੱਚ ਨੂੰ ਕੱਢਣਾ, ਨੱਕ ਦੇ ਰਾਹੀਂ ਚੜ੍ਹਾ ਕੇ ਕੋਈ ਪਤਲੀ ਜੀ ਰੱਸੀ ਨੱਕ ਦੇ ਵਿੱਚ ਦੀ ਪਾ ਕੇ ਮੂੰਹ 'ਚ ਨੂੰ ਲਿਆ ਕੇ ਫਿਰ ਉਹਨੂੰ ਇਸ ਤਰ੍ਹਾਂ ਘੁਮਾਉਣਾ, ਹਿਲਾਉਣਾ, ਉਹਨੂੰ ਨੇਤਰੀ ਕਿਰਿਆ ਕਹਿੰਦੇ ਆ। ਅੱਗੇ ਉਹ ਸਾਫ਼ ਕਰ ਦਿੰਦਾ ਨੱਕ ਦੇ ਪਿਛਲੇ ਪਾਸੇ ਨੂੰ ਔਰ ਗਲ ਨੂੰ। ਨਿਵਲੀ, ਇਹਦਾ ਵੀ ਜ਼ਿਕਰ ਗੁਰਬਾਣੀ 'ਚ ਆਉਂਦਾ। ਨਿਵਲੀ ਆਸਣ ਸਾਧ ਸੰਗਤ ਜੀ ਹੁੰਦਾ ਜਿਵੇਂ ਨਿਓਲਾ ਕਿਸੇ ਖੇਤ 'ਚੋਂ, ਫਸਲ 'ਚੋਂ ਨਿਕਲ ਕੇ ਜਦੋਂ ਉਹਨੇ ਰਸਤਾ ਕ੍ਰਾਸ ਕਰਨਾ ਹੁੰਦਾ ਨਾ, ਤਾਂ ਉਹ ਹੇਠਲੀਆਂ ਦੋਹੇ ਟੰਗਾਂ ਦੇ ਭਾਰ ਉੱਪਰ ਨੂੰ ਖੜਾ ਹੋ ਕੇ ਦੇਖਦਾ ਇੱਧਰ ਉੱਧਰ, ਉਹਨੂੰ ਨਿਓਲੀ ਆਸਣ ਕਹਿੰਦੇ ਇਸ ਤਰ੍ਹਾਂ ਕਰਨੇ ਨੂੰ। ਇੱਕ ਹੈਗਾ ਵਸਤੀ, ਵਸਤੀ ਵੀ ਜੋਗੀ ਪ੍ਰੈਕਟਿਸ ਕਰਦੇ ਆ। ਪਾਣੀ ਦੇ ਵਿੱਚ ਬੈਠ ਕੇ ਨਰਮ ਜੇ ਬਾਂਸ ਦੀ ਇੱਕ ਪੋਰੀ 4 ਗੱਠਾਂ ਦੀ ਲੈ ਕੇ ਉਹਨੂੰ ਆਪਣੀ ਗੁਦਾ ਦੇ ਵਿੱਚ ਅੰਦਰ ਪਾਉਂਦੇ ਔਰ ਉਹ ਪਾਣੀ ਨੂੰ ਉੱਪਰ ਖਿੱਚਦੇ ਤਾਂ ਕਿ ਰੈਕਟਮ ਸਾਫ਼ ਹੋ ਜਾਏ। ਇਹਨਾਂ ਕਰਮਾਂ ਦੀ ਗੁਰਮਤਿ ਨੇ ਮਨਾਹੀ ਕਰੀ ਹੈ। ਇਹ ਸਰੀਰਕ ਕਰਮ ਹੈ, ਇਹਨਾਂ ਦਾ ਮਨ ਨਾਲ ਕੋਈ ਤਾਲੁਕ ਨਹੀਂ। ਫਿਰ ਹੈਗਾ ਤ੍ਰਾਟਕ। ਤ੍ਰਾਟਕ ਹੁੰਦਾ ਮੱਥੇ ਦੇ ਵਿਚਕਾਰ ਜਾਂ ਨੱਕ ਦੀ ਕੋਂਬਲੀ ਦੇ ਉੱਪਰ ਨਿਗਾਹ ਟਿਕਾਉਣੀ। ਇਹ ਵੀ ਗੁਰਮਤਿ 'ਚ ਪ੍ਰਵਾਨ ਨਹੀਂ ਹੈ। ਗੁਰਮਤਿ ਵਿੱਚ ਪ੍ਰਵਾਨ ਹੈ ਜੋ ਆਪਾਂ ਬੋਲ ਰਹੇ ਹਾਂ ਰੱਬ ਦਾ ਨਾਂ ਜਾਂ ਗੁਰਬਾਣੀ, ਉਹਨੂੰ ਧਿਆਨ ਨਾਲ ਸੁਣਨਾ, ਬਸ ਇਹੀ ਧਿਆਨ ਹੈ। ਕਪਾਲ ਭਾਤੀ, ਕਪਾਲ ਭਾਤੀ ਹੁੰਦੀ ਹੈ ਸਾਧ ਸੰਗਤ ਜੀ, ਉਹ ਸਵਾਸ ਚੜ੍ਹਾਉਣੇ ਉਤਾਰਨੇ ਔਰ ਸਿਰ ਨੂੰ ਹੇਠਾਂ ਕਰਕੇ ਟੰਗਾਂ ਉੱਪਰ ਨੂੰ ਚੱਕਣੀਆਂ। ਇਹ ਕਪਾਲ ਭਾਤੀ। ਇਹ 6 ਕਿਸਮ ਦੇ ਕਰਮ ਜੋਗੀ ਵੀ ਕਰਦਾ, ਖਟ ਕਰਮ। ਔਰ ਤੰਤ ਸ਼ਾਸਤਰ ਇੱਕ ਵਿਦਿਆ ਹੈ, ਉਹਦੇ ਵਿੱਚ 6 ਕਰਮ ਹੋਰ ਹੈ। ਇੱਕ ਪਰਾਸ਼ਰ ਸਮ੍ਰਿਤੀ ਹੈ ਗ੍ਰੰਥ, ਉਹਦੇ ਵਿੱਚ 6 ਹੋਰ ਲਿਖੇ ਹੋਏ ਹੈ। ਸੋ ਇਹਨਾਂ ਦਾ ਆਪਾਂ ਨੂੰ ਸਿਰਫ ਜਾਣਕਾਰੀ ਤੋਂ ਹੀ ਮਤਲਬ ਹੈ, ਨਾ ਕਿ ਆਪਾਂ ਨੇ ਪ੍ਰੈਕਟਿਸ ਕਰਨੇ। ਸਿੱਖੀ ਦੇ ਵਿੱਚ ਗੁਰਬਾਣੀ ਗੁਰਮਤਿ ਵਿੱਚ ਇਹਨਾਂ ਦੀ ਮਨਾਹੀ ਕਰੀ ਹੋਈ ਹੈ। ਇਹ ਸਰੀਰਕ ਯਾਤਨਾਵਾਂ ਇੱਕ ਕਿਸਮ ਦੀਆਂ, ਇਹਨਾਂ ਦਾ ਕੋਈ ਮਤਲਬ ਨਹੀਂ ਹੈ ਗੁਰਮਤਿ ਨਾਲ, ਮਨ ਦੇ ਨਾਲ। ਸੋ ਆਪਾਂ ਇਹ ਨਹੀਂ ਕਰਨੇ, ਪਰ ਕਿਉਂਕਿ ਗੁਰਬਾਣੀ 'ਚ ਹਵਾਲੇ ਆਉਂਦੇ, ਇਸ ਕਰਕੇ ਆਪਾਂ ਨੇ ਇਹ ਚੀਜ਼, ਇਹਨਾਂ ਦਾ ਗਿਆਨ ਹੋਣਾ ਚਾਹੀਦਾ।
ਸਾਧ ਸੰਗਤ ਜੀਓ, ਅਣਭੋਲਪਣੇ 'ਚ ਆਪਾਂ ਇਹ ਗੱਲ ਕਹਿੰਦੇ ਆ ਵੀ ਗੁਰਬਾਣੀ ਅੱਖਰ ਅੱਖਰ ਸੱਚ ਹੈ। ਬਾਤ ਤਾਂ ਇਹ ਬਿਲਕੁਲ ਠੀਕ ਹੈ, ਪਰ ਇਹਦੇ ਪਿੱਛੇ ਭਾਵਨਾ ਹੋਰ ਹੈ, ਉਹ ਸਮਝਣ ਵਾਲੀ ਹੈ। ਹੁਣ ਜੇ ਗੁਰਬਾਣੀ ਦੇ ਵਿੱਚ ਨੇਤੀ ਧੋਤੀ ਆ ਤਰਾਟਕ ਦਾ ਜ਼ਿਕਰ ਆਉਂਦਾ, ਨਿਓਲੀ ਆਸਣ ਦਾ ਜ਼ਿਕਰ ਆਉਂਦਾ, ਤਾਂ ਇਹਦਾ ਮਤਲਬ ਇਹ ਨਹੀਂ ਵੀ ਗੁਰਬਾਣੀ ਇਹਨਾਂ ਨੂੰ ਮਾਨਤਾ ਦਿੰਦੀ ਹੈ। ਗੁਰਬਾਣੀ ਉਹਨਾਂ ਦਾ ਵਰਣਨ ਕਰਕੇ ਵੀ ਇਹ ਕੋਈ ਹੋਰ ਫਿਰਕਾ ਇਹਨਾਂ ਨੂੰ ਇਸ ਤਰ੍ਹਾਂ ਕਰਦਾ ਹੈ ਜੋਗੀਆਂ ਦਾ, ਉਹਦਾ ਹਵਾਲਾ ਦੇ ਕੇ ਆਪਣਾ ਮਤ ਦਿੱਤਾ ਹੋਇਆ ਗੁਰਬਾਣੀ 'ਚ ਵੀ ਆਪਾਂ ਕਿਆ ਕਰਨਾ। ਉਹ ਕੁੰਡਲਨੀ ਚੜਾਉਂਦੇ ਆਪਾਂ ਵਾਸਤੇ ਹਦਾਇਤ ਹੈ ਵੀ ਸਾਧ ਸੰਗਤ ਦੇ ਵਿੱਚ ਹੀ ਕੁੰਡਲਨੀ ਨਾਲ ਸੁਲਝਣਾ ਭਾਈ। ਜਦੋਂ ਸੁਰਤੀ ਟਿਕਾ ਕੇ ਗੁਰਬਾਣੀ ਨਾਲ ਜੁੜਾਂਗੇ ਸਾਡੇ ਵਾਸਤੇ ਇਹੀ ਕੁੰਡਲਨੀ ਸੁਲਝਣੀ ਹੈ। ਮਤਲਬ ਹੈ ਸਾਨੂੰ ਕਿਸੇ ਕੁੰਡਲਨੀ ਚੜਾਉਣ ਦੀ ਲੋੜ ਨਹੀਂ ਹੈ। ਗੁਰਬਾਣੀ ਦੇ ਅੱਖਰ ਅੱਖਰ ਦੇ ਪਿੱਛੇ ਜਿਹੜੀ ਵੀ ਭਾਵਨਾ ਹੈ ਉਹ ਬਿਲਕੁਲ ਸੱਚ ਹੈ, ਉਹ ਗਲਤ ਨਹੀਂ ਹੋ ਸਕਦੀ ਕਦੇ ਵੀ। ਜੇ ਕੇਵਲ ਅੱਖਰਾਂ ਮਗਰ ਜਾਊਂਗੇ ਫਿਰ ਭੁਲੇਖਾ ਪੈ ਜਾਊਗਾ। ਗੁਰਬਾਣੀ ਨੂੰ ਸਮਝਣਾ ਇਸੇ ਕਰਕੇ ਔਖਾ ਹੈ। ਸਾਧ ਸੰਗਤ ਜੀਓ, ਗੁਰਬਾਣੀ ਦੇ ਵਿੱਚ ਅਲੰਕਾਰ, ਮੁਹਾਵਰੇ, ਅਖਾਣਾਂ ਇਹ ਵਰਤੇ ਗਏ, ਇਹਨਾਂ ਦੇ ਨਾਲ ਸ਼ਿੰਗਾਰਿਆ ਹੋਇਆ ਗੁਰਬਾਣੀ। ਕਿਉਂਕਿ ਰੱਬੀ ਸ਼ਾਇਰੀ ਹੈ, ਰੱਬੀ ਪੋਇਟਰੀ ਹੈ। ਪੋਇਟਰੀ ਦੇ ਵਿੱਚ ਹਮੇਸ਼ਾ ਇਹ ਚੀਜ਼ਾਂ ਆਉਂਦੀਆਂ। ਦੇਖੋ ਇੱਕ ਜਗ੍ਹਾ ਬਾਬਾ ਫਰੀਦ ਜੀ ਲਿਖ ਰਹੇ ਹੈ ਸ਼ਲੋਕਾਂ 'ਚ ਬਈ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਦੀਨ ਦੁਨੀਆ ਦੇ ਵਿੱਚ ਲੱਗ ਕੇ ਗਵਾ ਲਿਆ, ਯਾਨੀ ਧਰਮ ਗਵਾ ਲਿਆ, ਰੱਬ ਦਾ ਨਾਂ ਲਿਆ ਨਹੀਂ, ਦੁਨੀਆ ਮਗਰ ਲੱਗਿਆ ਰਿਹਾ। ਦੁਨੀਆ ਨੇ ਨਾਲ ਨਹੀਂ ਜਾਣਾ, ਨਾਲ ਨਾਮ ਨੇ ਜਾਣਾ ਸੀ, ਉਹ ਜਪਿਆ ਨਹੀਂ, ਤਾਂ ਮੂਰਖ ਨੇ ਆਪਣੇ ਪੈਰਾਂ ਪਰ ਆਪ ਕੁਹਾੜਾ ਮਾਰ ਲਿਆ। ਹੁਣ ਜੇ ਆਪਾਂ ਇਹਦਾ ਆਖਰੀ ਅਰਥ ਕਰੂੰਗੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਆਪਾਂ ਨੇ ਕੁਹਾੜਾ ਲੈ ਕੇ ਆਪਣੇ ਪੈਰ ਵੱਢ ਲਏ। ਸਾਧ ਸੰਗਤ ਜੀ ਉਹ ਸੋਚਿਓ ਜਰਾ, ਥੋੜ੍ਹਾ ਜਿਹਾ ਜ਼ੋਰ ਪਾਇਓ ਵੀ ਗੁਰਬਾਣੀ ਦੇ ਅੱਖਰਾਂ ਦਾ ਭਾਵ ਸੱਚ ਹੈ। ਕੁਹਾੜਾ ਨਹੀਂ ਮਾਰਨ ਵਾਸਤੇ ਕਹਿ ਰਹੇ ਬਾਬਾ ਫਰੀਦ ਜੀ, ਉਹਨਾਂ ਦਾ ਮਤਲਬ ਹੈ ਵੀ ਆਪਣਾ ਤਾਂ ਕੰਮ ਆਪ ਖਰਾਬ ਕਰ ਲਿਆ। ਇਹ ਮੁਹਾਵਰਾ ਹੈ ਪੰਜਾਬੀ ਦਾ ਵੀ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਦਸਵੇਂ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਜਿੱਥੇ ਉਲਾਥਾ ਕਰਿਆ ਹੈ, ਉਹਦੇ ਵਿੱਚ ਇੱਕ ਅਤ ਕਥਨੀ ਅਲੰਕਾਰ ਵਰਤਿਆ। ਆਪ ਜੀ ਵੀ ਸੁਣਿਓ ਉਸ ਗੱਲ ਨੂੰ। ਚੰਡੀ ਰਾਖਸ਼ ਖਾਣੀ ਬਾਹੀ ਦੈਂਤ ਨੂੰ, ਚੰਡੀ ਕਿਰਪਾਨ ਤਲਵਾਰ ਜਦ ਦੈਂਤ ਨੂੰ ਚਲਾਈ, ਦੈਂਤ ਨੂੰ ਪਹਿਲਾਂ ਵੱਢਿਆ, ਕੋਪਰ ਚੂਰ ਚਬਾਣੀ ਲੱਥੀ ਕਰਗਲ, ਖੋਪਰੀ ਚੂਰ ਕਰਤੀ ਦੈਂਤ ਦੀ, ਔਰ ਜਿਹੜਾ ਉਹਦਾ ਸਕੈਲਟਨ ਕਰਗਲਾ ਹੱਡੀਆਂ ਉਹ ਚੂਰ ਕਰਕੇ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ। ਫਿਰ ਘੋੜੇ ਦੀ ਕਾਠੀ ਵੱਢੀ ਜਿਹਦੇ ਤੇ ਦੈਂਤ ਬੈਠਾ ਸੀ, ਹੇਠਾਂ ਧਰਤੀ 'ਚ ਨਿਕਲ ਗਈ। ਫਿਰ ਵੀ ਨਹੀਂ ਖੜੀ, ਇੰਨੀ ਸ਼ਕਤੀ ਨਾਲ ਉਹ ਚੱਲੀ ਹੋਈ ਸੀ। ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲਦਿਆਂ, ਹੇਠਾਂ ਧਰਤੀ ਇੱਕ ਬੁਲਦ ਪਰ ਖੜੀ ਹੈ, ਸਪੋਜ਼ ਕਰਿਆ ਜਾਂਦਾ ਹੈ, ਫਿਰ ਉਹਦੇ ਸਿੰਘਾਂ ਨੂੰ ਵੱਢ ਦਿੱਤਾ। ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲਦਿਆਂ, ਤੋਂ ਸਿੰਘਾਂ ਨੂੰ ਵੱਢ ਦਿੱਤਾ। ਫਿਰ ਵੀ ਨਹੀਂ ਖੜੀ, ਉਸ ਤੋਂ ਵੀ ਅੱਗੇ ਨਿਕਲ ਗਈ। ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ, ਕੂਰਮ ਕੱਛੂ ਕੁੰਮਾ, ਬਲਦ ਕੱਛੂ ਕੁੰਮੇ 'ਤੇ ਖੜਾ ਮੰਨਿਆ ਜਾਂਦਾ ਹੈ। ਫਿਰ ਕੱਛੂ ਕੁੰਮੇ ਨੂੰ ਮਾਰਿਆ ਹੇਠਾਂ, ਉਸੇ ਨੇ ਇੱਕੋ ਟੱਕ ਵਿੱਚ ਸਾਰਾ ਕੁਛ ਕਰਿਆ ਹੈ। ਪਹਿਲਾਂ ਦੈਂਤ ਦਾ ਸਿਰ ਵੱਢਿਆ, ਖੋਪਰੀ ਚੂਰੀ, ਫਿਰ ਉਹਦਾ ਹੱਡੀਆਂ ਵੱਢੀਆਂ, ਫਿਰ ਕਾਠੀ ਵੱਢੀ, ਫਿਰ ਘੋੜਾ ਵੱਢਿਆ, ਫਿਰ ਧਰਤੀ ਨੂੰ ਵੱਢ ਕੇ ਹੇਠਾਂ ਨਿਕਲ ਗਈ। ਹੇਠਾਂ ਫਿਰ ਬਲਦ ਦੇ ਸਿੰਘਾਂ ਨੂੰ ਚੀਰਿਆ, ਫਿਰ ਹੇਠਾਂ ਕੱਛੂ ਕੁੰਮੇ ਨੂੰ ਵੱਢ ਕੇ ਹੇਠਾਂ ਫਿਰ ਵੀ ਹੇਠਾਂ ਨਿਕਲ ਗਈ। ਹੁਣ ਸਾਧ ਸੰਗਤ ਜੀ ਇਹ ਅਤ ਕਥਨੀ ਅਲੰਕਾਰ ਹੈ। ਇਹ ਹੋਰ ਕਵੀਆਂ ਨੇ, ਦੁਨਿਆਵੀ ਕਵੀਆਂ ਨੇ ਵੀ ਵਰਤੋਂ ਕਰੀ ਅਤ ਕਥਨੀ ਅਲੰਕਾਰ ਦੀ। ਇੱਕ ਜਗ੍ਹਾ ਜ਼ਿਕਰ ਆਉਂਦਾ ਸੋਹਣੀ ਮਹੀਵਾਲ 'ਚ ਬਈ ਸੋਹਣੀ ਇੰਨਾ ਰੋਈ ਵੀ ਉਹਦੇ ਹੰਝੂਆਂ ਦੇ ਨਾਲ ਨਦੀ ਲਾਲ ਹੋ ਗਈ। ਨਾ ਹੰਝੂ ਲਾਲ ਹੁੰਦੇ ਅਤੇ ਨਾ ਹੀ ਜੇ ਲਾਲ ਵੀ ਹੋਵੇ ਤਾਂ ਨਦੀ ਦਾ ਲਾਲ ਹੋਣ ਦਾ ਕੋਈ ਮਤਲਬ ਵੀ ਹੈ ਨਹੀਂ, ਕਿਉਂਕਿ ਹੰਝੂ ਕਿੰਨੇ ਕਹੋਗੇ, ਵੱਧ ਤੋਂ ਵੱਧ 100 ਗ੍ਰਾਮ ਨਿਕਲ ਜੂਗੇ, 50 ਗ੍ਰਾਮ ਨਿਕਲ ਜੂਗੇ ਰੋ ਰੋ ਕੇ ਪਾਣੀ। ਨਦੀ ਵਿੱਚ ਤਾਂ ਪਤਾ ਹੀ ਨਹੀਂ ਇੰਨਾ ਜਲ ਹੁੰਦਾ। ਉਹ ਇੱਕ ਕਹਿਣ ਦੀ ਬਾਤ ਹੁੰਦੀ, ਢੰਗ ਹੁੰਦੀ ਹੈ, ਆਪਣੇ ਗੱਲ ਨੂੰ ਢੰਗ ਹੁੰਦਾ ਹੈ, ਆਪਣੀ ਗੱਲ ਨੂੰ ਜਚਾਉਣ ਦਾ, ਉਹਨੂੰ ਅਤ ਕਥਨੀ ਅਲੰਕਾਰ ਕਹਿੰਦੇ। ਤਾਂ ਇਹ ਕਵਿਤਾ ਦੇ ਵਿੱਚ ਪੋਇਟਰੀ ਚਾਹੇ ਦੁਨਿਆਵੀ ਹੈ ਚਾਹੇ ਰੱਬੀ ਸ਼ਾਇਰੀ ਹੈ, ਇਹਦੇ 'ਚ ਵਰਤੇ ਜਾਂਦੇ। ਸੋ ਇਹ ਗੱਲ ਨੂੰ ਸਮਝਣਾ ਚਾਹੀਦਾ ਵੀ ਸਾਨੂੰ ਗੁਰਬਾਣੀ ਦੇ ਪਿੱਛੇ ਲੱਗ ਕੇ ਜੋ ਗੁਰਬਾਣੀ ਦਾ ਆਸ਼ਾ ਹੈ ਉਹ ਤੋਂ ਭਟਕਣਾ ਨਹੀਂ ਹੈ। ਅਸੀਂ ਬਜਾਏ ਅਸੀਂ ਗੁਰਬਾਣੀ ਦੇ ਅੱਖਰਾਂ ਵਿੱਚ ਦੇਵੀ ਦੇਵਤਿਆਂ ਦਾ ਕਿੰਨਾ ਨਾਂ ਆਉਂਦਾ,
ਬਹੁਤ ਜ਼ਿਆਦਾ। ਮਿਥਿਹਾਸ ਦਾ ਕਿੰਨਾ ਜ਼ਿਕਰ ਆਉਂਦਾ। ਉਹ ਉੱਧਰ ਨਹੀਂ ਤੁਰ ਪੈਣਾ ਆਪਾਂ ਨੇ ਕਥਾ ਕਹਾਣੀ ਵੱਲ, ਜਿਵੇਂ ਪੁਰਾਣੇ ਸਾਡੇ ਕਥਾਕਾਰ ਕਰਦੇ ਰਹੇ। ਆਪਾਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਗੁਰਮਤਿ ਦਾ ਰਸਤਾ ਪਕੜਨਾ, ਉਹਨਾਂ ਨੂੰ ਦੇਖਦੇ ਹੋਏ ਸਾਹਮਣੇ ਰੱਖ ਕੇ ਜੋ ਗੁਰਬਾਣੀ ਸਾਨੂੰ ਫਰਮਾਉਂਦੀ ਹੈ ਉਹ ਗੱਲ ਪਕੜਨੀ। ਇਹ ਨਹੀਂ ਕਹਿਣਾ ਵੀ ਇਹ ਗੁਰਬਾਣੀ 'ਚ ਆਈ ਹੋਈ ਗੱਲ ਹੈ ਵੀ ਅਸੀਂ ਏਕਣੇ ਮੰਨ ਲੈਣੀ ਹੈ। ਏਕਣ ਦੀ ਗੱਲ ਹੈ ਹੀ ਨਹੀਂ। ਗੁਰੂ ਸਾਹਿਬਾਂ ਨੇ ਸਾਨੂੰ ਹਦਾਇਤ ਨਹੀਂ ਕਰੀ ਮੰਨਣ ਦੀ। ਮਾਥੈ ਸ਼ੰਕਰਾ ਮਾਥੈ ਵਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਦੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟਸੀ। ਭਗਤ ਤਲੋਚਨ ਜੀ ਦਾ ਸ਼ਬਦ ਹੈ। ਸ਼ੰਕਰ ਸ਼ਿਵ ਜੀ ਦੇ ਮੱਥੇ ਵਿੱਚ, ਮੱਥਾ ਉਹ ਕਹਿੰਦੇ ਸਿਰ ਨੂੰ, ਜੂੜੇ ਦੇ ਉੱਪਰ ਨੂੰ ਅੱਧਾ ਚੰਦ ਹੁੰਦਾ, ਦੇਖਿਓ ਕੈਲੰਡਰਾਂ 'ਚ। ਜਦੋਂ ਸ਼ਿਵ ਜੀ ਗੰਗਾ ਦੇ ਵਿੱਚ ਸੁਰਸਰੀ 'ਚ ਨਹਾਉਂਦਾ ਹੈ ਤਾਂ ਨਾਲੇ ਚੰਦਰਮਾ ਵੀ, ਜਾਂ ਸਿਰ ਡੁਬੋ ਕੇ ਡੁਬਕੀ ਲਾਉਂਦਾ, ਨਾਲੇ ਚੰਦਰਮਾ ਧੋਤਾ ਜਾਂਦਾ। ਪਹਿਲਾਂ ਸ਼ਿਵ ਜੀ ਦੇ ਮੱਥੇ 'ਚ ਹੋਣਾ, ਚੰਦਰਮਾ ਕੋ ਕਿੱਡਾ ਬੜਾ ਮਾਣ ਹੈ। ਦੂਜਾ ਗੰਗਾ 'ਚ ਨਹਾਉਣਾ, ਇਹ ਹੋਰ, ਗੰਗਾ ਨੂੰ ਉਹ ਦੇਵੀ ਸਮਝਦੇ ਆ, ਇਹ ਹੋਰ ਵੀ ਬੜੀ ਗੱਲ ਹੈ, ਸੋਨੇ ਪਰ ਸੁਹਾਗਾ। ਤੀਜੀ ਗੱਲ ਹੋਰ ਬੜੀ, ਵੀ ਇਸੇ ਚੰਦਰਵੰਸ਼ੀ ਕੁਲ 'ਚ ਕ੍ਰਿਸ਼ਨ ਜੀ ਪੈਦਾ ਹੋਏ। ਔਰ ਇਹ ਵੀ ਜ਼ਿਕਰ ਆਉਂਦਾ ਵੀ ਜਿਸ ਕੁਲ 'ਚ ਇੱਕ ਕੋਈ ਮਹਾਂਪੁਰਸ਼ ਪੈਦਾ ਹੋ ਜਾਏ, ਉਹਦੀਆਂ ਸਾਰੀਆਂ ਕੁਲੀਆਂ ਦਾ ਆਧਾਰ ਹੋ ਜਾਂਦਾ। ਹਿੰਦੂ ਫਲਸਫਾ ਤਾਂ 21 ਕੁਲੀਆਂ ਦੀ ਗੱਲ ਕਰਦਾ ਹੈ, ਗੁਰਬਾਣੀ ਸਾਰੀਆਂ ਕੁਲੀਆਂ ਦੀ ਗੱਲ ਕਰਦੀ ਹੈ ਵੀ ਸਾਰਿਆਂ ਦਾ ਆਧਾਰ ਹੋ ਜਾਂਦਾ। ਜਿਹੜੇ ਜਿਹੜੇ ਵੀ ਉਹਨੂੰ ਸੁਣਦੇ ਪੜ੍ਹਦੇ ਉਹਦੇ ਨਾਲ ਚੱਲਦੇ। ਹੁਣ ਇਹ ਜਿਹੜੀ ਚੰਦਰਮਾ ਦੀ ਮਿਸਾਲ ਦੇ ਰਹੇ ਭਗਤ ਜੀ, ਦਾ ਮਤਲਬ ਇਹ ਨਹੀਂ ਹੈ ਵੀ ਇਸ ਤਰ੍ਹਾਂ ਹੀ ਹੋਇਆ। ਇਹ ਤਾਂ ਇੱਕ ਪਹਾੜ ਹੈ ਜਿਹੜਾ ਆਪਾਂ ਨੂੰ ਦਿਖ ਰਿਹਾ ਉੱਪਰ। ਹੁਣ ਤਾਂ ਲੋਕ ਜਾ ਵੀ ਆਏ ਉੱਪਰ, ਸਾਇੰਸਦਾਨ। ਖਿਆਲ ਚੱਲਿਆ ਆ ਰਿਹਾ ਸੀ, ਭਗਤ ਜੀ ਨੇ ਉਹ ਦੇ ਦਿੱਤਾ। ਗੱਲ ਕਿਆ ਸੀਗੀ, ਗੱਲ ਆਪਣੀ ਦ੍ਰਿੜ ਕਰਾਉਣੀ ਸੀ ਆਪਣੇ ਘਰ ਵਾਲੀ ਨੂੰ। ਉਹ ਜ਼ੋਰ ਦੇ ਰਹੀ ਸੀ ਵੀ ਬੱਚਾ ਮੰਗ ਲੈ, ਕੋਈ ਬੱਚਾ ਮੰਗ ਲੈ ਨਾਰਾਇਣ ਤੋਂ, ਤੂੰ ਰੋਜ਼ ਉਹਦੀ ਪੂਜਾ ਕਰਦਾ, ਆਪਣੇ ਕੋਲ ਬੱਚਾ ਨਹੀਂ ਹੈ। ਭਗਤ ਜੀ ਸਮਝਾ ਰਹੇ ਵੀ ਕਰਮ ਕੱਟਦਾ ਨਹੀਂ, ਜੇ ਉਹ ਚਾਹੇ ਤਾਂ ਕੱਟ ਸਕਦਾ, ਪਰ ਆਪਣੇ ਕਰੇ ਤੋਂ ਨਹੀਂ ਕੱਟਦਾ। ਦੇਵਤਿਆਂ ਦਾ ਨਹੀਂ ਕਰਮ ਕੱਟ ਸਕਿਆ, ਆਹ ਗੱਲ ਸਮਝਾ ਰਹੇ। ਕਿਉਂਕਿ 95% ਗੁਰਬਾਣੀ ਵੀ ਇਸ ਗੱਲ ਨੂੰ ਮਾਨਤਾ ਦਿੰਦੀ ਹੈ ਵੀ ਜਿਹਾ ਜਿਹਾ ਬੀਜੋਗੇ ਉਹੋ ਜਿਹਾ ਕਰੋਗੇ, ਵੱਢੋਗੇ। ਜਿਹਾ ਬੀਜੈ ਸੋ ਲੂਣੈ, ਕਰਮਾ ਸੰਦੜਾ ਕੇ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋ। ਕੁਛ ਐਕਸੈਪਸ਼ਨਲ ਗੱਲ ਰੱਖੀ ਹੋਈ ਹੈ ਗੁਰਬਾਣੀ ਨੇ ਵਿੱਚ, ਵੀ ਜੇ ਪਰਮਾਤਮਾ ਚਾਹੇ ਤਾਂ ਕੁਛ ਵੀ ਕਰ ਸਕਦਾ। ਉਹ ਕੱਟ ਸਕਦਾ ਸਾਰੇ ਕਰਮਾਂ ਨੂੰ। ਗੁਰ ਕਾ ਸ਼ਬਦ ਕਾਟੈ ਕੋਟਿ ਕਰਮ। ਤੋ ਦੋਹਾਂ ਗੱਲਾਂ ਨੂੰ ਉਸ ਲਹਿਜੇ 'ਚ ਲੈਣਾ ਆਪਾਂ ਨੇ, ਨਾ ਕਿ ਕਹਾਣੀ ਫੜ ਕੇ ਬਹਿ ਜਾਣਾ ਵੀ ਕਹਾਣੀ ਏਕਣ ਕਹਿੰਦੀ ਹੈ। ਉਸ ਗੱਲ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ, ਸਿਰਫ ਸਮਝਣ ਖਾਤਰ, ਗਿਆਨ ਖਾਤਰ ਹੈ ਉਹ ਗੱਲ। ਵਿਸ਼ਵ ਕਾ ਦੀਪਕ ਸੁਆਮੀ, ਸੂਰਜ ਦੀ ਮਿਸਾਲ ਦੇ ਰਹੇ ਵੀ ਜਿਹੜਾ ਅਰੁਣ ਦੇਵਤਾ ਹੈ ਸੂਰਜ ਦਾ, ਸੂਰਜ ਨੂੰ ਇੱਕ ਰਥ ਦੇ ਤੌਰ 'ਤੇ ਖਿੱਚਿਆ ਜਾ ਰਿਹਾ। ਉਹਦੇ ਕਿੰਨੇ ਘੋੜੇ ਹੈ, ਉਹਦਾ ਰਥਵਾਰਥੀ ਅਰੁਣ ਦੇਵਤਾ ਉਹ ਲੰਗੜਾ ਹੈ, ਉਹ ਪਿੰਗਲਾ ਹੈ। ਹੁਣ ਅਰੁਣ ਦੇ ਕੋਲ ਦੋ ਦੇਵਤਿਆਂ ਦਾ ਮਾਣ ਹੈ, ਇੱਕ ਤਾਂ ਵਿਸ਼ਵ ਦਾ ਦੀਪਕ ਸੁਆਮੀ ਸੂਰਜ ਖੁਦ, ਉਹ ਵੀ ਦੇਵਤਾ, ਉਹਨੂੰ ਦੇਵਤਾ ਕਰਕੇ ਧਿਆਉਂਦੇ, ਪਾਣੀ ਨਹੀਂ ਚੜਾਉਂਦੇ ਉੱਪਰ ਨੂੰ। ਉਹ ਆਹੀ ਮਤਲਬ ਹੈ ਵੀ ਸੂਰਜ ਦੇਵਤਾ ਹੈ। ਤੇ ਗਾਇਤਰੀ ਮੰਤਰ ਵੀ ਉਸੇ ਦਾ। ਉਹ ਫਿਰ ਜਿਹੜਾ ਉਹਦਾ ਰਥਵਾਰਥੀ ਹੈ, ਰਥ ਚਲਾਉਣੇ ਵਾਲਾ, ਜਿਹੜਾ ਘੋੜੇ ਖਿੱਚਦਾ ਹੈ, ਉਹਦਾ ਜਿਹੜਾ ਚਚੇਰਾ ਭਾਈ ਹੈ ਉਹ ਪੰਛੀਆਂ ਦਾ ਰਾਜਾ ਹੈ। ਗਰੜ ਰਾਏ ਤਾਂਚੇ ਬੰਧਵਾ, ਕਰਮ ਕਰ ਅਰਣ ਪਿੰਗਲਾਰੀ। ਪਰ ਕਰਮ ਐਸਾ ਕਰਿਆ ਹੋਇਆ, ਉਹ ਅਰਣ ਨੇ ਪਿਛਲੇ ਜਨਮ 'ਚ ਭੰਬੀਰੀ ਦੀ ਟੰਗਾਂ ਦੇ ਵਿੱਚ ਸੂਲ ਮਾਰਤੀ ਸੀਗੀ, ਉਹ ਕਰਮ ਨਾਲ ਆ ਗਿਆ, ਉਹ ਲੰਗੜਾ ਜਾਤੋਂ। ਨਾਲੇ ਦੋ ਦੇਵਤਿਆਂ ਦਾ ਮਾਣ ਹੈ ਏਡੇ ਏਡੇ। ਹੁਣ ਸਾਧ ਸੰਗਤ ਜੀ, ਉਹ ਸੋਚਣ ਵਾਲੀ ਗੱਲ ਇਹ ਵੀ ਹੈ, ਗੁਰੂ ਨਾਨਕ ਸਾਹਿਬ ਵੀ ਵਿਚਾਰ ਕਰਾਉਂਦੇ ਇਹਨਾਂ ਗੱਲਾਂ ਦੀ, ਵੀ ਸੂਰਜ ਦੇ ਉੱਪਰ 10,000 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੈ, ਅੱਗ ਦਾ ਗੋਲਾ। ਉੱਥੇ ਕਿਹੜੇ ਘੋੜੇ ਰੱਥ ਖਿੱਚਦੇ ਹੋਣਗੇ ਉਹਦਾ? ਇਹ ਮਿਥਿਹਾਸ ਹੈ, ਮਿਥੀ ਹੋਈ ਗੱਲ ਹੈ, ਆਈ ਹੋਈ ਗੁਰਬਾਣੀ 'ਚ। ਸਮਝਿਓ ਇਸ ਐਂਗਲ ਨੂੰ ਗੁਰਬਾਣੀ ਦੇ। ਜਿਹੜੇ ਉਹ ਵੱਢਣ ਦੀ ਗੱਲ ਉੱਪਰ ਆਈ ਹੈ ਵੀ ਘੋੜੇ ਨੂੰ ਵੱਢ ਕੇ ਹੇਠਾਂ ਚਲੇਗੀ, ਦੈਂਤ ਨੂੰ, ਘੋੜੇ ਨੂੰ, ਧਰਤੀ ਨੂੰ, ਹੇਠਾਂ ਕੱਛੂ ਕੁੰਬੇ ਨੂੰ ਵੱਢਿਆ, ਬਲਦ ਨੂੰ ਵੱਢਿਆ। ਜੇ ਆਪਾਂ ਇਹ ਗੱਲ ਨੂੰ ਸੱਚ ਮੰਨ ਲਈਏ, ਹਾਲਾਂਕਿ ਇਹਦਾ ਹਵਾਲਾ ਮਾਰੂ ਸੋਹਲਿਆਂ 'ਚ ਵੀ ਆਉਂਦਾ ਹੈ ਗੁਰਬਾਣੀ 'ਚ, ਬਈ ਹੁਕਮ ਵਿੱਚ ਹੀ ਧਰਤੀ ਆਕਾਸ਼ ਹੈ, ਹੁਕਮ ਵਿੱਚ ਹੀ ਬਲਦ ਦੇ ਸਿਰ ਪਰ ਧਰਤੀ ਦਾ ਭਾਰ ਹੈ। ਹੁਕਮੇ ਪੌਣ ਪਾਣੀ ਗਨਾਰਨ, ਹੁਕਮੇ ਧਰਤੀ ਧੌਲ ਸਿਰ ਭਾਰ।
ਧੌਲ ਦੇ ਸਿਰ ਪਰ ਧਰਤੀ ਖੜੀ ਆ ਉਹਦੇ ਹੁਕਮ ਵਿੱਚ। ਜੇ ਆਪਾਂ ਇਹ ਤੋਂ ਇਹ ਸਮਝ ਲਈਏ ਬਈ ਗੁਰਬਾਣੀ ਕਹਿ ਰਹੀ ਹੈ ਵੀ ਇੱਕਣ, ਨਹੀਂ ਸਾਧ ਸੰਗਤ ਜੀ ਇਹਨੂੰ ਟੋਟੈਲਿਟੀ 'ਚ ਲੈਣਾ। ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਖੰਡਨ ਕਰਿਆ ਹੋਇਆ ਇਸ ਗੱਲ ਦਾ। ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਉਹ ਭਾਈ ਬੁੱਝੋ, ਸਚਿਆਰੇ ਬਣੋ, ਵੀ ਬਲਦ ਕਿਵੇਂ ਚੱਕ ਲੂ ਧਰਤੀ ਦਾ ਭਾਰ। ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ ਧਰਤੀਆਂ ਤਾਂ ਹੋਰ ਬਹੁਤ ਹੈ, ਕਰੋੜਾਂ ਹੀ ਹੈ। ਫਿਰ ਤਾਂ ਸਾਰੀਆਂ ਦੇ ਹੇਠਾਂ ਹੀ ਬਲਦ ਖੜੇ ਹੋਣੇ, ਔਰ ਬਲਦ ਕੱਛੂ ਕੁੰਮਿਆਂ ਪਰ ਖੜੇ ਹੋਣੇ। ਵਿਵੇਕ ਦੀ ਗੱਲ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੰਨਾ ਬਲਾਈਂਡ ਫੇਥਰ ਨਹੀਂ ਬਣਾਇਆ ਵੀ ਕਿਸੇ ਗੱਲ ਦਾ ਗਿਆਨ ਲਿਓ ਹੀ ਨਾ। ਗਿਆਨ ਔਰ ਸ਼ਰਧਾ ਦੋਹੇ ਇਕੱਠੇ ਰੱਖਣੇ। ਸ਼ਰਧਾ ਵੀ ਹੋਣੀ ਚਾਹੀਦੀ ਹੈ, ਪਰ ਗਿਆਨ ਵੀ ਹੋਣਾ ਚਾਹੀਦਾ। ਦੋਹਾਂ 'ਚੋਂ ਇੱਕ ਦੀ ਕਮੀ ਹੋ ਗਈ, ਬੰਦਾ ਭਟਕ ਜਾਏਗਾ। ਜੇ ਗਿਆਨ ਨਹੀਂ ਹੋਊਗਾ ਤਾਂ ਜ਼ਿਆਦਾ ਅੰਧ ਵਿਸ਼ਵਾਸੀ ਬਣ ਜਾਊਗਾ, ਅਤੇ ਜੇ ਫੇਥ ਹੈਗਾ, ਗਿਆਨ ਨਹੀਂ ਹੈਗਾ, ਫਿਰ ਵੀ ਗੜਬੜ ਹੈ। ਬਹੁਤਾ ਗਿਆਨ ਹੋ ਗਿਆ ਉਹ ਵੀ ਭਟਕਾ ਦੂਗਾ ਬੰਦੇ ਨੂੰ, ਜਿਹੜਾ ਦੁਨਿਆਵੀ ਗਿਆਨ ਹੈ। ਇਹ ਦੋਹਾਂ ਨੂੰ ਬੈਲੈਂਸ 'ਚ ਰੱਖਣਾ, ਗਿਆਨ ਨੂੰ ਵੀ ਔਰ ਸ਼ਰਧਾ ਨੂੰ ਵੀ। ਅਗਰ ਇਸ ਤਰ੍ਹਾਂ ਗੁਰਬਾਣੀ ਨੂੰ ਸਮਝੂਗੇ, ਕਦੇ ਵੀ ਬੰਦਾ ਭਟਕਦਾ ਨਹੀਂ। ਫਿਰ ਇਹ ਨਹੀਂ ਕਦੇ ਵੀ ਕਹੂਗਾ ਵੀ ਹਾਏ ਰੱਬਾ ਮੈਂ ਤਾਂ ਬਹੁਤ ਸੁਖਮਨੀ ਸਾਹਿਬ ਪੜ੍ਹਿਆ, ਬਹੁਤ ਪਾਠ ਕਰਿਆ ਕਰਾਇਆ, ਮੇਰਾ ਤਾਂ ਬੱਚਾ ਹੀ ਨਹੀਂ ਬਚਿਆ, ਮਰ ਗਿਆ। ਉਹ ਬੰਦੇ ਨੂੰ ਪਹਿਲਾਂ ਹੀ ਗੁਰਬਾਣੀ ਨੇ ਸੋਝੀ ਦੇ ਦੇਣੀ ਹੈ ਵੀ ਇਹਦੇ ਉਹ ਹੁਕਮ ਹੈ, ਇਹ ਤਾਂ ਜੋ ਉਹਦਾ ਹੁਕਮ ਹੈ ਉਹ ਵਰਤਣਾ। ਅਸੀਂ ਆਪਣਾ ਹੁਕਮ ਚਲਾਉਣਾ ਚਾਹੁੰਦੇ, ਰੱਬ ਕੋਲ ਅਰਦਾਸ ਕਰਕੇ ਵੀ ਤੂੰ ਸਾਡੇ ਬੱਚੇ ਨੂੰ ਹੁਣ ਜ਼ਿੰਦਗੀ ਬਖਸ਼ ਦੇ। ਜੇ ਉਹਨੇ ਨਹੀਂ ਬਖਸ਼ੀ ਹੋਈ ਜ਼ਿੰਦਗੀ, ਉਹਨੇ ਮਰਨਾ ਹੈ, ਉਹਦਾ ਹੁਕਮ ਹੈ ਤਾਂ ਉਹਨੇ ਮਰਨਾ ਹੈ। ਅਸੀਂ ਆਪਣੀ ਹਉਮੈ ਨੂੰ ਮੂਹਰੇ ਲਿਆਉਣਾ ਚਾਹੁੰਦੇ ਵੀ ਤੂੰ ਸਾਡੀ ਪਰਿਕਰਮਾ ਕਰ, ਅਸੀਂ ਤੇਰੀ ਪਰਿਕਰਮਾ ਨਾ ਕਰੀਏ। ਆਹ ਗੱਲ ਸਮਝਣ ਵਾਲੀ ਹੈ। ਤੋ ਸਾਧ ਸੰਗਤ ਜੀ, ਉਹ ਵਿਚਾਰਾਂ ਤਾਂ ਹੋਰ ਬਹੁਤ ਹੈ ਗੁਰਬਾਣੀ ਦੀਆਂ, ਰੋਜ਼ ਮਹਾਰਾਜ ਕਰਵਾਉਂਦਾ ਹੀ ਹੈ। ਪਰ ਜੇ ਸਾਨੂੰ ਇੱਕ ਵੀ ਅੰਦਰ ਵਸ ਜਾਏ ਨਾ, ਇੱਕ ਵੀ ਵਿਚਾਰ, ਸਾਰੀ ਜ਼ਿੰਦਗੀ ਬਦਲ ਜਾਂਦੀ ਬੰਦੇ ਦੀ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣ। ਜੇ ਇੱਕ ਸਿੱਖਿਆ ਵੀ ਸੁਣ ਲਵੇ ਨਾ ਗੁਰੂ ਦੀ, ਆਪਣੀ ਮੱਤ ਦੇ ਵਿੱਚ ਹੀਰੇ ਜਵਾਹਰਾਤ ਵਰਗੇ ਗੁਣ ਪੈਦਾ ਹੋ ਜਾਂਦੇ। ਭਾਈ ਨੰਦ ਲਾਲ ਜੀ ਇਸ ਚੀਜ਼ ਨੂੰ ਇੱਕਣਾ ਤਰਜਮਾ ਕਰਦੇ हैं, ਕੰਦਰਾਂ ਲਾਲੋ ਗੌਹਰ ਬਿਸਿਆਰ ਹਸਤ। ਕੰਦਰਾਂ ਲਾਲੋ ਗੌਹਰ ਬਿਸਿਆਰ ਹਸਤ। ਇਹੀ ਮਨ ਦੀਆਂ ਕੰਦਰਾਂ ਵਿੱਚ ਹੇਠਾਂ ਮੱਤ ਵਿੱਚ ਰਤਨ ਗੌਹਰ ਲਾਲ ਬਹੁਤ ਜ਼ਿਆਦਾ, ਬਿਸਿਆਰ ਹੁੰਦਾ ਬਹੁਤ ਜ਼ਿਆਦਾ। ਇਹ ਸ਼ਬਦ ਫਾਰਸੀ ਦਾ ਹੈ, ਪਰ ਬਹੁਤ ਗੁਰਬਾਣੀ 'ਚ ਵਰਤਿਆ ਗਿਆ। ਬਹੁਤ ਜ਼ਿਆਦਾ ਭਰੇ ਪਏ ਅੰਦਰ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣ। ਜੇ ਇੱਕ ਵੀ ਸੁਣ ਲਵੇ ਗੁਰੂ ਦੀ ਸਿੱਖਿਆ। ਪਰ ਵਿਡੰਬਣਾ ਇਹ ਹੈ ਸਾਡੀ, ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਪੜ੍ਹੀ ਵੀ ਜਾਵਾਂਗੇ, ਸੁਣੀ ਵੀ ਜਾਵਾਂਗੇ, ਮੰਨਣਾ ਨਹੀਂ ਚਾਹੁੰਦੇ ਉਸ ਗੱਲ ਨੂੰ, ਕਿਉਂਕਿ ਬੁੱਧੀ ਹੈ। ਜਿੰਨਾ ਚਿਰ ਬੁੱਧੀ ਖੁੰਡੀ ਨਹੀਂ ਹੁੰਦੀ, ਗੁਰੂ ਮਹਾਰਾਜ ਕਿਰਪਾ ਨਹੀਂ ਕਰਦਾ, ਸਾਨੂੰ ਵਿਵੇਕ ਨਹੀਂ ਬਖਸ਼ਦਾ, ਸਾਡੀ ਇਹ ਬੁੱਧੀ ਨੂੰ ਹਟਾਉਂਦਾ ਨਹੀਂ ਹੈ, ਨਹੀਂ ਸਮਝ ਆਉਂਦੀ, ਬਹਿਸ ਕਰੇਗਾ ਬੰਦਾ। ਤੋ ਗੁਰਬਾਣੀ ਦਾ ਜਿਹੜਾ ਐਂਗਲ ਹੈ ਦੇਖਣ ਦਾ, ਸੁਣਨ ਦਾ, ਉਹ ਹੋਰ ਹੈ। ਉਹ ਸਮਝਣਾ ਚਾਹੀਦਾ, ਬਜਾਏ ਕਥਾ ਕਹਾਣੀਆਂ ਦੇ ਮਗਰ ਜਾਣ ਦੇ। ਸਾਰਾ ਇਤਿਹਾਸ ਭਰਿਆ ਪਿਆ ਗੁਰਬਾਣੀ 'ਚ, ਐਂ ਤਾਂ ਫਿਰ ਸਾਰੇ ਉਹ ਸਾਹਮਣੇ ਰੱਖ ਕੇ ਗੁਰੂ ਸਾਹਿਬ ਦੀ ਗੱਲ ਪਕੜਨੀ ਹੈ, ਜਿਹੜੀ ਉਹਨਾਂ ਨੇ ਇਹ ਗੱਲ ਸਾਹਮਣੇ ਰੱਖ ਕੇ ਕਹੀ ਹੋਈ ਹੈ। ਆਪਣਾ ਮੱਤ, ਉਹਨਾਂ ਦੇ ਮੱਤ ਨੂੰ ਸਾਹਮਣੇ ਰੱਖ ਲਿਆ, ਕਿਉਂਕਿ ਲੋਕਾਂ ਦੀ ਚੇਤਨਾ 'ਚ ਵਸਿਆ ਵਾ ਸੀ, ਮਗਰ ਤੇ ਆਪਣੀ ਗੱਲ ਕਹਿਤੀ ਹੈ ਵੀ ਭਾਈ ਉਹ ਇਸ ਤਰ੍ਹਾਂ ਕਰਦੇ ਆ, ਸਾਡਾ ਮੱਤ ਇਹ ਹੈ। ਉਹ ਪਕੜਨਾ ਆਪਾਂ ਨੇ, ਕਿਉਂਕਿ ਗੁਰੂ ਨੇ ਜੋ ਆਪਾਂ ਨੂੰ ਕਿਹਾ, ਆਪਾਂ ਨੇ ਉਹ ਕਰਨਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਉਹ ਕਰਨਾ। ਜੇ ਹਰਿਦੁਆਰ ਤੇ ਆਪਣੇ ਕੁਰੂਕਸ਼ੇਤਰ ਜਾ ਕੇ ਗੁਰੂ ਸਾਹਿਬ ਨੇ ਪੱਛਮ ਵੱਲ ਨੂੰ ਪਾਣੀ ਸਿੱਟਿਆ, ਪੰਜਾਬ ਵੱਲ ਨੂੰ, ਅਸੀਂ ਇਹ ਨਹੀਂ ਪਕੜ ਲੈਣੀ ਗੱਲ ਵੀ ਆਪਾਂ ਵੀ ਪਾਣੀ ਸਿੱਟਣ ਲੱਗ ਜਾਈਏ। ਉਹ ਉਹਨਾਂ ਦਾ ਸਮਝਾਉਣ ਦਾ ਤਰੀਕਾ ਸੀਗਾ। ਉਂਝ ਲੋਕ ਇਕੱਠੇ ਨਹੀਂ ਸੀ ਹੁੰਦੇ ਉਦੋਂ, ਕੋਈ ਸਪੀਕਰ ਨਹੀਂ ਸੀ, ਕੋਈ ਅੱਜ ਕੱਲ੍ਹ ਦਾ ਇਲੈਕਟ੍ਰੋਨਿਕ ਜੰਤਰ ਨਹੀਂ ਥਾ ਵੀ ਭੀੜ ਨੂੰ ਇਕੱਠੇ ਕਰ ਲਈਏ। ਪੁੱਠਾ ਕਰਮ ਕਰਨ ਲੱਗ ਜਾਓ, ਜਿੱਥੇ ਚੰਗੇ ਇੱਕ ਪਾਸੇ ਨੂੰ ਲੋਕ ਕੰਮ ਕਰਦੇ ਹੋਣ, ਉਹ ਤਾਂ ਉਲਟਾ ਕੰਮ ਕਰਨ ਲੱਗ ਜਾਓ, ਜਦੇ ਇਕੱਠੇ ਹੋ ਜਾਣਗੇ, ਮਾਰਨ ਤੱਕ ਵੀ ਆਉਣਗੇ। ਇਹੀ ਕੰਮ ਉਹਨਾਂ ਨੇ ਮੱਕੇ 'ਚ ਵੀ ਕਰਿਆ ਸੀ। ਚਰਨ ਕਰ ਲਏ ਉੱਧਰ ਨੂੰ, ਉਹ ਉੱਧਰ ਨੂੰ ਸਜਦਾ ਕਰਦੇ, ਮੱਥਾ ਟੇਕਦੇ, ਆ ਕੇ ਇਕੱਠੇ ਹੋ ਕੇ ਮਾਰਨ ਖਾਤਰ ਪੱਥਰ ਚੱਕ ਲਏ, ਟੰਗੋਂ ਪਕੜ ਘੜੀਸਿਆ। ਜੀਵਨ ਕਾਜੀ ਨੇ ਲੱਤਾਂ ਤੋਂ ਪਕੜ ਕੇ ਗੁਰੂ ਨਾਨਕ ਸਾਹਿਬ ਨੂੰ ਘੁਮਾਤਾ ਇੱਧਰ ਉੱਧਰ ਨੂੰ, ਗੁੱਸੇ 'ਚ ਵੀ ਤੂੰ ਕਾਫਰ ਕਿੱਥੇ ਆ ਗਿਆ। ਉਹ ਤਰੀਕਾ ਸੀ ਸਮਝਾਉਣ ਦਾ, ਇਕੱਠੇ ਕਰਨ ਦਾ। ਜਦ ਦਲੀਲ ਦੱਸੀ ਉਹਨਾਂ ਨੂੰ, ਫਿਰ ਸਾਰੇ ਉਹ ਕਾਇਲ ਹੋਏ। ਕਾਜੀ ਨੂੰ ਵੀ ਸਮਝ ਆ ਗਈ ਜਦ
ਉਹਦੇ ਮੁੰਡੇ ਨੂੰ ਨਾਲ ਲਿਜਾ ਕੇ ਦਿਖਾਤਾ ਵੀ ਆ ਦੇਖ, ਉੱਥੋਂ ਕੜਾਹ ਪ੍ਰਸ਼ਾਦ ਦਾ ਕੌਲ ਵੀ ਲਿਆਂਦਾ ਭਰ ਕੇ। ਸੋ ਕਹਿਣ ਦਾ ਗੱਲ ਹੋਰ ਹੁੰਦੀ ਹੈ, ਉਹਦੇ ਪਿੱਛੇ ਭਾਵਨਾ ਹੋਰ ਹੁੰਦੀ ਹੈ, ਉਹ ਗੱਲ ਸਮਝਣੇ ਵਾਲੀ ਹੁੰਦੀ ਹੈ, ਉਹ ਸਮਝਾਉਣ ਦਾ ਤਰੀਕਾ ਹੁੰਦਾ ਇੱਕ। ਬਜਾਏ ਅਸੀਂ ਉਹ ਕੁਛ ਕਰੀਏ ਜਿਹੜਾ ਉੱਪਰੋਂ ਨਜ਼ਰ ਆਉਂਦਾ, ਅਸੀਂ ਵਿੱਚ ਦੀ ਗੱਲ ਕਿਉਂ ਨਾ ਫਕੜੀਏ ਜੋ ਗੁਰੂ ਸਾਹਿਬ ਸਾਨੂੰ ਬੁਝਾਉਣਾ ਚਾਹੁੰਦੇ। ਅੱਖਰ ਤਾਂ ਵਰਤਣੇ ਤਾਂ ਅੱਖਰੇ ਪੈਣਗੇ, ਪਰ ਗੱਲ ਤਾਂ ਵਿੱਚ ਹੋਰ ਹੁੰਦੀ ਹੈ, ਉਹ ਗੱਲ ਪਕੜਨੀ ਹੈ। ਗੁਰਬਾਣੀ ਬੁਝਾਰਤ ਹੈ, ਬਹੁਤ ਬੁਝਾਰਤਾਂ ਹੈ ਗੁਰਬਾਣੀ 'ਚ, ਉਹ ਸਮਝਣੀ ਆ ਵੀ ਉਹਨਾਂ ਦਾ ਮਤਲਬ ਕਿਆ, ਸਾਨੂੰ ਗੁਰੂ ਜੇ ਮੱਤ ਦੇਵੇ ਤਾਂ। ਬਜਾਏ ਅਸੀਂ ਆਪਣੀ ਜਿਹੜੀ ਸਿੱਧੀ ਸਾਦੀ ਜੀ, ਜਾਂ ਮੈਂ ਤਾਂ ਕਹੂੰਗਾ ਵਿਕਟ ਮੱਤ ਹੈ ਸਾਡੀ, ਬਜਾਏ ਅਸੀਂ ਇਹਦੀ ਬੜਾ ਕਰੀਏ, ਇਹਨੂੰ ਉਹਦੇ ਹਿਸਾਬ ਨਾਲ ਸੋਚੀਏ ਗੁਰਬਾਣੀ ਨੂੰ, ਨਾ ਇਹਨੂੰ ਪਿੱਛੇ ਛੱਡ ਕੇ ਜੋ ਗੁਰੂ ਸਾਹਿਬ ਅਸਲ 'ਚ ਸਾਨੂੰ ਦੱਸਣਾ ਚਾਹੁੰਦੇ ਉਹ ਗੱਲ ਨੂੰ ਫਕੜ ਲਈਏ। ਗੁਰੂ ਸਾਹਿਬ ਏਕੇ ਦੀ ਗੱਲ ਕਰ ਰਹੇ, ਸਭ ਤੇ ਮੂਹਰੇ ਵੀ ਏਕਾ ਲੱਗਿਆ, ਸਾਰੀ ਬਾਣੀ 'ਚ ਏਕਾ ਲੱਗਿਆ ਵਾ, ਅੰਤ ਵੀ ਏਕਾ ਹੀ ਹੈ। ਏਕੇ ਵਿੱਚ ਅੰਤ ਹੋਣਾ ਸਾਰੀ ਸ੍ਰਿਸ਼ਟੀ ਦਾ। ਅੱਜ ਇਹ ਆਪ ਸੁਣ ਕੇ ਹਟੇ ਹਾਂ ਹੁਣ ਕਥਾ 'ਚ, ਜਬ ਅਰਖ ਕਰਤ ਹੋ ਕਹੂੰ, ਜਦ ਤੂੰ ਇਕੱਠਾ ਕਰ ਲੈਣਾ ਸਭ ਨੂੰ, ਫਿਰ ਇੱਕਾ ਬਣ ਜਾਣਾ। ਇੱਕ ਤੋਂ ਅਨੇਕ ਹੈ, ਅਨੇਕ ਤੋਂ ਫਿਰ ਇੱਕ ਬਣ ਜਾਣਾ। ਤੋ ਜਿਹੜੇ ਦੇਵੀ ਦੇਵਤੇ ਹੈ, ਇਹ ਤਾਂ ਅਨੇਕਤਾ ਵਿੱਚ ਹੈ, ਇਹਨਾਂ ਮਗਰ ਨਹੀਂ ਜਾਣਾ, ਸਤਿਕਾਰ ਕਰਨਾ ਹੈ ਪਰ ਪੂਜਣਾ ਨਹੀਂ ਹੈ। ਪੂਜਣਾ ਕੇਵਲ ਇੱਕ ਨੂੰ, ਬਸ ਇਹ ਹੈ ਗੁਰਬਾਣੀ ਦਾ ਤੌਰ। ਤੋ ਚਲੋ ਸਾਧ ਸੰਗਤ ਜੀ, ਦਿਓ ਆਗਿਆ। ਕਈ ਵਾਰ ਬੋਲਦਿਆਂ ਕੁਛ ਨਾ ਕੁਛ ਅਪਸ਼ਬਦ ਨਿਕਲ ਸਕਦਾ, ਕੋਈ ਬੰਦਾ ਭੁੱਲਣ ਜੋ ਹਾਰ ਜੋ ਹੋਇਆ, ਬਖਸ਼ਿਓ, ਆਪ ਜੀ ਬਖਸ਼ਣਹਾਰ ਹੈ। ਤੋ ਕੋਈ ਅਸੀਸ ਵੀ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।